ਸਾਡੀ ਸਰ ਮੀਟਿੰਗ ਕਰਵਾ ਦਿਓ, ਅਸੀਂ ਸ਼ਾਂਤ ਹੋ ਕੇ ਚੱਲ ਜਾਣਾ, ਅਸੀਂ ਹੋਰ ਵੀ ਕੀ ਕਰਨਾ ਹੈ ਸਰ। ਅਸੀਂ ਬਹੁਤ ਵਾਰ ਮੰਗ ਪੱਤਰ ਦਿੱਤੇ, ਚੰਡੀਗੜ੍ਹ ਤੋਂ ਆਏ ਜੀ ਸਾਰੇ ਅੱਡੋ ਅੱਡ ਥਾਵਾਂ ਤੋਂ। ਅਸੀਂ ਜੀ ਸਾਡਾ ਕੋਈ ਸ਼ੌਂਕ ਥੋੜੀ ਹੈ ਵੀ ਅਸੀਂ ਇੰਨਾ ਖਰਚਾ ਕਰਕੇ ਇੱਥੇ ਕਿਉਂ ਸੁਣੀ ਜਾਵਾਂਗੇ। ਤੁਸੀਂ ਦੱਸੋ ਨਾ ਸਾਨੂੰ ਦੱਸੋ ਜੀ ਕਿਸੇ ਸਰ ਘਰ ਕੋਈ ਆਮ ਬੰਦੇ ਦਾ ਘਰ ਮਿਨਿਸਟਰ ਦਾ ਘਰ ਹੈ ਜੀ। ਇੰਸਪੈਕਟਰ ਸਾਹਿਬ, ਸਰ। ਇੰਸਪੈਕਟਰ ਸਾਹਿਬ, ਸਰ ਇੰਸਪੈਕਟਰ ਸਾਹਿਬ, ਸਰ ਕਿਉਂ ਸਭ ਆਏ ਡਿਪਟੀ ਸਾਹਿਬ ਆਏ ਹਨ। ਕਿਉਂ ਰੋਕਿਆ ਜਾ ਰਿਹਾ ਸੀ? ਤੁਸੀਂ ਰੋਕ ਰਹੇ ਸੀ ਨਾ ਜੀ। ਚੋਣ ਪ੍ਰਚਾਰ ਲਈ ਪਰਮਿਸ਼ਨ ਮਿਲ ਸਕਦੀ ਆਪਣੇ ਹੱਕਾਂ ਦੇ ਲਈ। ਤੁਹਾਨੂੰ ਬਾਅਦ ਚ ਗੱਲ ਕਰਦੇ ਹਾਂ, ਪਹਿਲਾਂ ਸੈਂਟਰ ਗੱਲ ਸੁਣੋ। ਸੀਨੀਅਰ ਤੁਹਾਨੂੰ ਬਾਅਦ ਚ ਗੱਲ ਕਰਦੇ ਸਿੰਘ ਜੀ ਦੇ ਆਫਿਸ ਵਾਰ-ਵਾਰ ਕੋਸ਼ਿਸ਼ ਕਰ ਰਹੇ ਹੈ ਵੀ ਸਾਡੀ ਗੱਲ ਸੁਣੀ ਜਾਵੇ। ਪੀਏ ਨੂੰ ਵਾਰ-ਵਾਰ ਕਿਹਾ ਜਾ ਰਿਹਾ, ਸਾਡੀ ਸਿਰਫ ਗੱਲ ਵੀ ਨਹੀਂ ਸੁਣੀ ਜਾ ਰਹੀ। ਮੇਰਾ ਨਹੀਂ ਹੈ ਹੁਣ ਕੋਡ ਲੱਗਿਆ, ਤੁਸੀਂ ਨਹੀਂ ਕਰ ਸਕਦੇ। ਨਹੀਂ ਸਰ, ਅਸੀਂ ਸਿਰਫ ਨਹੀਂ ਸਰ, ਇੱਕ ਅਸੀਂ ਪ੍ਰੋਟੈਸਟ ਨਹੀਂ ਕਰ ਰਹੇ, ਅਸੀਂ ਮਿਲਣਾ ਵੀ ਸਾਨੂੰ ਮੀਟਿੰਗ ਕਰਵਾ ਦਿਓ। ਅਸੀਂ ਸਰ ਬਾਰ-ਬਾਰ ਇਹਨਾਂ ਦੇ ਆਫਿਸ ਫੋਨ ਕੀਤੇ ਨੇ ਜੀ, ਉਹ ਕਰਦੇ ਨਹੀਂ। ਨਹੀਂ ਬ੍ਰਦਰ ਇਹ ਨਹੀਂ ਹੈਗਾ। ਨਹੀਂ ਸਰ, ਤੁਸੀਂ ਸਰ ਸਾਨੂੰ ਮਤਲਬ ਸਾਨੂੰ ਇਹ ਦੱਸ ਦਿਓ ਵੀ ਅਸੀਂ ਇਹਦਾ ਕੀ ਹੱਲ ਕਰੀਏ ਵੀ ਸਾਨੂੰ। ਫਿਰ ਸਰ ਹੁਣ ਅਸੀਂ ਫਿਰ ਸਰ ਅਸੀਂ ਸਿਰਫ ਇੱਕ ਮੀਟਿੰਗ ਦੇ ਲਈ ਆਏ ਵੀ ਸਾਡੀ ਸੁਣਵਾਈ ਕਰਨੀ ਜਾਵੇ। ਅਸੀਂ ਸਾਰੇ ਮਤਲਬ ਨਹੀਂ ਸਰ, ਦੇਖੋ ਜਿਹੜੀਆਂ ਹੁਣ ਅਸੀਂ ਕੋਡ ਲੱਗਿਆ ਨਾ, ਉਹ ਬੰਦੇ ਜਿਹੜੇ ਲਾਅ ਆਫੀਸਰ ਆ, ਐਡੀਸ਼ਨਲ ਡੀਪੀਆਈ ਆ, ਡੀਪੀਆਈ ਰਿਪਲਾਈ ਨਹੀਂ ਫਾਈਲ ਕੀਤੇ ਜਾ ਰਹੇ ਜੀ। ਉਹ ਤਨਖਾਹ ਲੈ ਰਹੇ ਆ ਕੋਡ ਆਫ ਕੰਡਕਟ ਦੇ ਵਿੱਚ ਕੰਮ ਕਰਨ ਦੇ। ਪੰਜਾਬ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ, ਪਰ ਉੱਥੇ ਹੀ ਜੇ ਗੱਲ ਕਰੀਏ ਪ੍ਰੋਫੈਸਰਾਂ ਦੀ, ਅਧਿਆਪਕਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਆ। ਜਲੰਧਰ ਦੇ ਵਿੱਚ ਪ੍ਰਗਟ ਸਿੰਘ ਜਿਹੜੇ ਸਿੱਖਿਆ ਮੰਤਰੀ ਨੇ, ਉਹਨਾਂ ਦੇ ਘਰ ਦੇ ਬਾਹਰ ਮੌਜੂਦ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ 1158 ਸਹਾਇਕ ਪ੍ਰੋਫੈਸਰ ਫਰੰਟ ਪੰਜਾਬ ਨੇ, ਉਹ ਵੀ ਅੱਜ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਆ। ਕੁਝ ਸਾਡੇ ਨਾਲ ਮੌਜੂਦ ਹੈ, ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਵੀ ਕੀ ਕਾਰਨ ਹੈ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ। ਮੈਡਮ, ਕੀ ਕਾਰਨ ਹੈ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ? ਸਰ ਇਹ ਸਾਡਾ 1158 ਅਸਿਸਟੈਂਟ ਪ੍ਰੋਫੈਸਰ ਫਰੰਟ ਪੰਜਾਬ ਆ, ਸਹਾਇਕ ਪ੍ਰੋਫੈਸਰ, ਔਰ ਅਸੀਂ ਸਾਰੇ ਆਪਣੀ ਜਿਹੜੀ ਸਾਡੀ ਭਰਤੀ ਨਾ ਹਾਈ ਕੋਰਟ ਵਿੱਚ ਲਟਕੀ ਹੋਈ ਆ, ਤੇ ਸਰਕਾਰ ਨੇ ਸਾਡੀ ਸਹੀ ਢੰਗ ਨਾਲ ਪੈਰਵਾਈ ਨਹੀਂ ਕੀਤੀ। ਖਾਸ ਤੌਰ ਤੇ 3 ਫਰਵਰੀ ਸਾਡੀ ਤਰੀਕ ਸੀਗੀ, ਔਰ ਐਡਵੋਕੇਟ ਜਨਰਲ ਦੀ ਗਲਤੀ ਕਾਰਨ ਸਾਡੀ ਤਰੀਕ 7 ਮਾਰਚ ਪੈ ਗਈ ਹੈ। ਅਸੀਂ ਸਾਰੇ ਫੇਰ ਲਟਕੇ। ਜਿਸ ਤਰ੍ਹਾਂ ਹੁਣ ਮੇਰਾ ਕੰਸਰਨ ਆ, ਜਾਂ ਮੇਰੇ ਨਾਲ ਦੇ ਹੋਰ ਵੀ ਸਾਥੀ ਨੇ 400 ਦੇ ਕਰੀਬ ਜਿਹੜੇ ਅਸਤੀਫੇ ਦੇ ਕੇ ਘਰ ਬੈਠੇ ਨੇ। 2 ਮਹੀਨੇ ਹੋ ਗਏ ਸਾਨੂੰ ਬੈਠਿਆਂ ਨੂੰ, ਤੇ ਕੁਝ ਵੀ ਨਹੀਂ ਅਸੀਂ ਕਰ ਰਹੇ, ਖਾਲੀ ਬਿਲਕੁਲ। ਸਾਡੀ ਸਰਕਾਰ ਕੋਲ ਇਹੋ ਮੰਗ ਆ ਕਿ ਸਾਡੀ ਭਰਤੀ ਪੂਰੀ ਕਰਨ, ਔਰ ਸਾਨੂੰ ਜਿਹੜਾ ਸਾਡੇ ਕਾਲਜ ਦੇਣ। ਅਪਾਇੰਟਮੈਂਟ ਵੀ ਹੋ ਗਈ, ਜੁਆਇਨਿੰਗ ਵੀ ਹੋ ਗਈ ਆ। ਔਰ ਦੇਖੋ ਅਸੀਂ ਏਜ ਦੇ ਉਸ ਮੁਕਾਮ ਤੇ ਖੜੇ ਆ ਜਿੱਥੋਂ ਅੱਗੇ ਸਾਡੇ ਕੋਲ ਗਵਰਨਮੈਂਟ ਜੋਬ ਦਾ ਕੋਈ ਚਾਂਸ ਹੀ ਨਹੀਂ ਆ। ਮੇਰੀ 50 ਸਾਲ ਏਜ ਆ, ਔਰ ਅਸੀਂ ਸਰਕਾਰੀ ਮੰਚ ਬਚਾਓ ਪੰਜਾਬ ਵੱਲੋਂ ਸੰਘਰਸ਼ ਕਰਕੇ ਏਜ ਵਧਵਾਈ, ਕਿਉਂਕਿ UGC ਵੱਲੋਂ ਤੇ ਏਜ ਲਿਮਿਟ ਕੋਈ ਹੈ ਹੀ ਨਹੀਂ ਆ। ਏਜ ਵਧਵਾਈ ਗਈ, ਅਸੀਂ ਪ੍ਰੋਸੈਸ ਵਿੱਚ ਆਏ, ਟੈਸਟ ਪਾਸ ਕੀਤਾ, ਯੋਗ ਉਮੀਦਵਾਰ ਆ, ਪਰ ਫਿਰ ਵੀ ਅਸੀਂ ਬੇਰੁਜ਼ਗਾਰ ਹੋ ਕੇ ਤੁਹਾਡੇ ਸਾਹਮਣੇ ਖੜੇ ਆ। ਜੇ ਹੁਣ ਸਰਕਾਰ ਇਹ ਦਾਅਵੇ ਕਰਦੀ ਹੈ ਕਿ ਅਸੀਂ ਭਰਤੀ ਪ੍ਰਕਿਰਿਆ ਪੂਰੀ ਕੀਤੀ ਹੈ, ਜੇ ਪੂਰੀ ਕੀਤੀ ਤਾਂ ਅਸੀਂ ਅੱਜ ਇੱਥੇ ਹੁੰਦੇ। ਪਰ ਜਦੋਂ ਚੋਣ ਜ਼ਾਬਤੇ ਤੋਂ ਪਹਿਲਾਂ ਹੀ ਜਦੋਂ ਸਿੱਖਿਆ ਮੰਤਰੀ ਨੂੰ ਸਵਾਲ ਕੀਤੇ ਗਏ ਸਨ, ਉਹਨਾਂ ਦਾ ਕਹਿਣਾ ਸੀ ਕਿ ਕੋਰਟ ਦੇ ਵਿੱਚ ਮੈਟਰ ਹੈ, ਉਹਦੇ ਵਿੱਚ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ। ਉਸ ਨੂੰ ਕਿਸ ਤਰ੍ਹਾਂ ਦੇ ਕਿਉਂ ਨਹੀਂ ਕਰ ਸਕਦੀ ਪੰਜਾਬ ਸਰਕਾਰ ਕੁਝ? ਵੇਖੋ, ਚੋਣ ਦੇ ਵਿੱਚ ਮੈਟਰ ਹੈਗਾ, ਇਹਨਾਂ ਕਰਕੇ ਗਿਆ ਚੋਣ ਦੇ ਵਿੱਚ, ਠੀਕ ਹੈ ਨਾ। ਸਰਕਾਰ ਦੀਆਂ ਵੀ ਕੁਝ ਗਲਤੀਆਂ ਸਾਹਮਣੇ ਆਈਆਂ, ਔਰ ਤੁਸੀਂ ਦੇਖੋ ਇਹਨਾਂ 'ਚ ਜਿਹੜੀ ਗੱਲ ਸਹੀ ਹੈ, ਟੈਸਟ ਬੇਸ ਸੀਗਾ, ਇਹ ਬਿਲਕੁਲ ਟਰਾਂਸਪੇਰੈਂਟ ਭਰਤੀ, ਇਹ 'ਚ ਕੋਈ ਸ਼ੱਕ ਨਹੀਂ ਹੈ, ਪਰ ਸਰਕਾਰ ਦੀਆਂ ਗਲਤੀਆਂ ਕਾਰਨ ਭਰਤੀ ਜਿਹੜੀ ਲਟਕ ਗਈ। ਹੁਣ ਤੁਸੀਂ ਆਪ ਸਿਆਣੇ, ਸਰਕਾਰ ਨੇ ਜਵਾਬ ਦੇਣੇ। ਔਰ ਸਾਡੇ ਕਰਕੇ ਤੁਸੀਂ ਦੇਖੋ ਸਟੂਡੈਂਟਸ ਨਾਲ ਵੀ ਕਿੰਨਾ ਧੱਕਾ ਹੋ ਰਿਹਾ। ਮੈਂ ਇੱਥੇ ਗੱਲ ਮੀਡੀਆ ਨੂੰ ਕਹਿਣੀ ਚਾਹਾਂਗੀ ਕਿ ਸਰਕਾਰ ਕੀ ਪਾਰਟੀਆਂ ਦਾਅਵੇ ਕਰਦੀਆਂ ਨੇ ਕਿ ਅਸੀਂ ਸਟੂਡੈਂਟ ਜਿਹੜੇ ਬਾਹਰ ਭੇਜਣੇ ਆਈਲੈਟਸ ਕਰਕੇ 10 ਲੱਖ ਰੁਪਈਆ ਉਹਨਾਂ ਵਾਸਤੇ ਖਰਚਾਂਗੇ। ਅਕਾਲੀ ਸਰਕਾਰ ਦਾ ਇਹ ਸੀਗਾ ਸਟੇਟਮੈਂਟ। ਇਸ ਤਰ੍ਹਾਂ ਕਾਂਗਰਸ ਸਰਕਾਰ ਕਹਿੰਦੀ ਹੈ ਕਿ ਅਸੀਂ ਆਈਲੈਟਸ ਫ੍ਰੀ ਕਰਾਵਾਂਗੇ। ਜੋ ਚੰਨੀ ਸਾਹਿਬ LPU ਆਏ ਨੇ, ਉਹਨਾਂ ਨੇ ਵਰਡਿੰਗ ਬੋਲੀ। ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਅਸੀਂ ਆਪਣੇ ਸਟੂਡੈਂਟਸ ਬਾਹਰ ਹੀ ਕਿਉਂ ਜਾਣ ਦਿੰਦੇ ਆ। ਪਰ ਸਵਾਲ ਉੱਥੇ ਖੜਾ ਹੁੰਦਾ ਨਾ, ਹਰ ਇੱਕ ਵਰਗ ਦੇ ਲੋਕ ਸੜਕਾਂ ਦੇ ਉੱਪਰ। ਸਰਕਾਰ ਜਿਹੜੀ ਹੈ ਕਾਂਗਰਸ ਕਹਿ ਰਹੀ ਹੈ ਵੀ ਹੋਰ ਨਵੇਂ ਵਾਅਦੇ ਕਰ ਰਹੀ ਹੈ ਕਿਉਂਕਿ ਚੋਣਾਂ ਦਾ ਸਮੇਂ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਜੀ, ਵਾਅਦੇ ਤਾਂ ਸਰਕਾਰ ਬਹੁਤ ਕਰਦੀ ਆ, ਲਾਰੇ ਲੱਪੇ ਵੀ ਲਾਉਂਦੀ ਆ, ਪਰ ਕੰਮ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਜੇ ਕੰਮ ਕੀਤਾ ਹੁੰਦਾ ਤਾਂ ਅੱਜ ਅਸੀਂ ਸੜਕਾਂ ਤੇ ਨਾ ਹੁੰਦੇ, ਇਹਨਾਂ ਦੇ ਅੱਗੇ ਗੁਹਾਰ ਨਾ ਲਗਾ ਰਹੇ ਹੁੰਦੇ। ਇਸੇ ਤਰ੍ਹਾਂ ਤੁਸੀਂ ਸਾਡੀ ਹੀ ਭਰਤੀ ਨਹੀਂ, ਹੋਰ ਵੀ ਦੇਖੋ ਕਿੰਨੀਆਂ ਭਰਤੀਆਂ ਨੇ ਜਿਹੜੀਆਂ ਕੋਰਟ 'ਚ ਇਸੇ ਤਰ੍ਹਾਂ ਲਟਕ ਰਹੀਆਂ ਨੇ। ਟੀਚਰ ਟੈਂਕੀਆਂ ਤੇ ਚੜ੍ਹ ਕੇ ਪ੍ਰਚਾਰ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ, ਪਰ ਕਿਸੇ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਕਾਂਗਰਸ ਪਾਰਟੀ ਨੇ ਫਿਰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਚਰਨਜੀਤ ਸਿੰਘ ਚੰਨੀ ਨੂੰ ਲਾਤਾ। ਉਹਨਾਂ ਨੇ ਕਿਹਾ ਕਿ ਜਿਹੜੇ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਉੱਪਰ ਲਾਠੀਆਂ ਨਹੀਂ ਚਲਾ ਸਕਦਾ, ਪਰ ਉਦੋਂ ਕਿਤੇ ਸੀ ਜਦੋਂ ਅਧਿਆਪਕਾਂ ਦੇ
ਦੇ ਉੱਪਰ ਜਿਹੜਾ ਉਹਨਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ? ਬਿਲਕੁਲ, ਤੁਸੀਂ ਦੇਖੋ ਪਿੱਛੇ ਜਿੰਨੀਆਂ ਵੀ ਪ੍ਰੋਟੈਸਟ ਹੋਏ ਨੇ, ਈਵਨ ਸੀਐਮ ਚੰਨੀ ਦੀ ਸਰਕਾਰ ਆ 111 ਦਿਨ ਰਹੀ ਆ, 111 ਦਿਨਾਂ ਦੇ ਵਿੱਚ ਬਿਨਾਂ ਪ੍ਰੋਟੈਸਟ ਤੋਂ ਹੋਰ ਕੁਝ ਹੋਇਆ ਹੀ ਨਹੀਂ। ਟੀਚਰਸ ਤੇ ਲਾਠੀ ਚਾਰਜ ਹੋਏ ਨੇ, ਈਟੀਟੀ ਅਧਿਆਪਕਾਂ ਤੇ ਲਾਠੀ ਚਾਰਜ ਹੋਏ ਨੇ। ਸੋ ਮੈਨੂੰ ਲੱਗਦਾ ਕਿ ਜਿਹੜੇ ਇਹਨਾਂ ਦੇ ਵਾਅਦੇ ਨੇ ਉਹ ਸਾਰੇ ਖੋਖਲੇ ਨੇ। ਸੀਐਮ ਚੰਨੀ ਜੀ ਨੇ ਤਾਂ ਸਿਰਫ ਐਲਾਨ ਹੀ ਕੀਤੇ ਨੇ, ਉਹਨਾਂ ਐਲਾਨਾਂ ਤੇ ਅਮਲ ਤਾਂ ਕੀਤਾ ਹੀ ਨਹੀਂ ਹੈਗਾ ਕਿਤੇ ਵੀ। ਤੇ ਕਿਸ ਤਰ੍ਹਾਂ ਹੋਰ ਜਿਹੜਾ ਪ੍ਰਚਾਰ, ਜਿਹੜਾ ਭੰਡੀ ਪ੍ਰਚਾਰ ਕਿਸ ਤਰ੍ਹਾਂ ਕੀਤਾ ਜਾਵੇਗਾ? ਬਿਲਕੁਲ ਇਸੇ ਤਰ੍ਹਾਂ ਹੀ ਹੋਊਗਾ ਜੀ। ਅਸੀਂ ਅੱਗੇ ਆਪਦੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਇਹ ਸਿਰਫ ਅਸੀਂ 1158 ਸਹਾਇਕ ਪ੍ਰੋਫੈਸਰ ਫਰੰਟ ਵੱਲੋਂ ਆਏ ਆ। 25 ਸਾਲ ਬਾਅਦ ਇਹ ਭਰਤੀ ਹੋਈ ਸੀ ਔਰ ਇਹ ਭਰਤੀ ਸਰਕਾਰ ਦੀ ਅਣਗਹਿਲੀ ਕਰਕੇ ਕੋਰਟ ਦੇ ਵਿੱਚ ਲਟਕ ਰਹੀ ਆ। ਸਰਕਾਰ ਨੇ ਸਿਰਫ ਇੰਨਾ ਕੁ ਕੰਮ ਕਰਨਾ ਹੈ ਕਿ ਇਹਨਾਂ ਜੋ ਰਿਟਸ ਪਈਆਂ ਨੇ ਕੋਰਟ ਦੇ ਵਿੱਚ ਉਹਦੇ ਜਵਾਬ ਦਾਇਰ ਕਰਨੇ ਆ, ਉਹਦੇ ਜਵਾਬ ਹੀ ਦਾਇਰ ਨਹੀਂ ਕਰ ਰਹੀ। ਸਿਰਫ ਇੰਨੀ ਕੁ ਗੱਲ ਪਿੱਛੇ ਸਾਡੀ ਭਰਤੀ ਆ ਜਿਹੜੀ ਲਟਕੀ ਹੋਈ ਆ। ਔਰ ਮੈਨੂੰ ਲੱਗਦਾ ਕਿ ਬਾਕੀ ਸਾਰੀਆਂ ਭਰਤੀਆਂ ਵੀ ਇਸੇ ਕਰਕੇ ਲਟਕੀਆਂ ਹੋਈਆਂ ਨੇ। ਔਰ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਸਾਡਾ ਸੰਘਰਸ਼ ਆ ਜਿਹੜਾ ਹੋਰ ਤੇਜ਼ ਹੋਊਗਾ। ਹਰੇਕ ਫਰੰਟ ਤੇ ਸਰਕਾਰ ਨੂੰ ਘੇਰਿਆ ਜਾਊਗਾ। ਬਿਲਕੁਲ, ਜੇ ਗੱਲ ਕਰੀਏ ਵੀ ਪਿਛਲੇ 5 ਸਾਲਾਂ 'ਚ ਤਾਂ ਕੀਤਾ ਕੁਛ ਨਹੀਂ, ਅੱਗੋਂ ਫਿਰ ਜਿਹੜੇ ਲਾਰੇ ਲੱਗਣੇ ਸ਼ੁਰੂ ਹੋ ਗਏ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਸਰ ਕੁਛ ਵੀ ਨਾ ਸੁਨਹਿਰੀ ਭਵਿੱਖ ਨਹੀਂ ਨਜ਼ਰ ਆ ਰਿਹਾ ਸਾਨੂੰ, ਟੀਚਰਸ ਦਾ ਵੀ ਤੇ ਨਾਲ ਸਟੂਡੈਂਟਸ ਦਾ ਵੀ। ਮੈਂ ਤਾਂ ਇਹ ਕਹਾਂਗੀ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਟੀਚਰ ਦੇ ਹੱਥ ਸਟੂਡੈਂਟ ਦਾ ਭਵਿੱਖ ਹੁੰਦਾ ਹੈ, ਜੇ ਬੱਚਿਆਂ ਦਾ ਭਵਿੱਖ ਹੀ ਅੰਧਕਾਰ 'ਚ ਹੋ ਗਿਆ ਤਾਂ ਟੀਚਰ ਦੀ ਕੀ ਵੈਲਿਊ ਰਹਿ ਜਾਣੀ ਹੈ। ਮੈਂ ਤਾਂ ਇਸ ਗੱਲ ਦਾ ਮੈਨੂੰ ਬੜਾ ਦੁੱਖ ਹੁੰਦਾ ਕਿ ਜਦੋਂ +2 ਪੜ੍ਹਿਆ ਬੱਚਾ, ਹਰ ਇੱਕ ਦਾ ਰੁਝਾਨ ਆ ਕਿ ਅਸੀਂ ਬਾਹਰ ਜਾ ਕੇ ਪੜ੍ਹਾਈ ਕਰਨੀ ਆ। ਇਹਦਾ ਮਤਲਬ ਕਿ ਸਾਡੀਆਂ ਸਰਕਾਰ ਦੀਆਂ ਨਲਾਇਕੀਆਂ ਨੇ। ਜੇ ਸਰਕਾਰਾਂ ਸਹੀ ਹੁੰਦੀਆਂ ਤੇ ਸਟੂਡੈਂਟਸ ਨੂੰ ਬਾਹਰ ਜਾਣ ਦੀ ਕੀ ਜ਼ਰੂਰਤ ਆ? ਚੋਣ ਜ਼ਾਬਤੇ ਤੋਂ ਪਹਿਲਾਂ ਕਿੰਨੀ ਵਾਰ ਜਿਹੜੇ ਸਿੱਖਿਆ ਮੰਤਰੀ ਤੁਹਾਡੇ ਨਾਲ ਮਿਲੇ? ਸਰ ਚੋਣ ਜ਼ਾਬਤੇ ਤੋਂ ਪਹਿਲਾਂ ਛੱਡੋ ਕਿ ਸਰਕਾਰੀ ਕਾਲਜ ਬਚਾਓ ਮੰਚ ਤੋਂ ਅਸੀਂ ਪਹਿਲਾਂ ਲੜਦੇ ਰਹੇ ਹਾਂ। ਲਗਾਤਾਰ 6 ਮਹੀਨੇ ਅਸੀਂ ਡੀਪੀਆਈ ਆਫਿਸ ਮੂਹਰੇ ਵੀ ਪ੍ਰੋਟੈਸਟ ਕਰਦੇ ਰਹੇ ਹਾਂ। ਜਿਹੜੇ ਆਪਣੇ ਚੰਨੀ ਸਾਹਿਬ ਦਾ ਟੈਨਿਓਰ ਹੈ ਉਹ ਤਾਂ ਪਿਛਲੇ 111 ਦਿਨ ਹੈ। ਕੈਪਟਨ ਸਾਹਿਬ ਦੇ ਸਮੇਂ ਵੀ ਅਸੀਂ ਮਤਲਬ ਪ੍ਰੋਟੈਸਟ ਕੀਤਾ, ਉੱਥੇ ਮੀਟਿੰਗਾਂ ਹੋਈਆਂ। ਫਿਰ ਜਦੋਂ ਸਾਡੀ ਭਰਤੀ ਨਿਕਲੀ, ਗਿੰਦੇ ਹੀ ਨਹੀਂ ਨਾ, ਕੈਪਟਨ ਸਾਹਿਬ ਨੂੰ ਤਾਂ ਗਿੰਦੇ ਹੀ ਨਹੀਂ। ਉਹ ਤਾਂ 111 ਦਿਨਾਂ ਦਾ ਦੇਖਦੇ ਆ ਵੀ 111 ਦਿਨਾਂ ਦੇ ਵਿੱਚ ਜਿਹੜੇ ਕੰਮ ਕੀਤੇ ਉਹਨਾਂ ਦੇ ਉੱਪਰ ਵੋਟਾਂ ਮੰਗਦੇ ਨਜ਼ਰ ਆ। ਚਲੋ ਉਹਨਾਂ ਦਾ ਬਚਣ ਦਾ ਤਰੀਕਾ ਹੋਊਗਾ, ਪਰ ਅਸੀਂ ਤਾਂ ਜਦੋਂ ਗੱਲ ਕਰਾਂਗੇ, ਕਿਉਂਕਿ ਪਿਛਲੇ 26 ਸਾਲਾਂ ਤੋਂ ਭਰਤੀ ਨਹੀਂ ਹੋਈ, ਉਹਦੇ ਵਿੱਚ ਅਕਾਲੀ ਗਵਰਨਮੈਂਟ ਵੀ ਰਹੀ ਆ, ਕਾਂਗਰਸੀ ਗਵਰਨਮੈਂਟ ਵੀ ਰਹੀ ਆ, ਕੈਪਟਨ ਸਾਹਿਬ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਰਹੇ ਆ, ਤੇ ਉਸ ਤੋਂ ਬਾਅਦ ਹੁਣ ਸੀਐਮ ਚੰਨੀ ਵੀ ਰਹੇ ਆ, ਪਰ ਸਾਡਾ ਹੱਲ ਕੋਈ ਨਹੀਂ ਹੋਇਆ। ਇੰਨੇ ਮੁੱਖ ਮੰਤਰੀਆਂ ਤੋਂ ਬਾਅਦ ਇੰਨੀਆਂ ਇਹ ਸਰਕਾਰ ਜਿਹੜੀ ਮਰਜ਼ੀ ਆ ਜੇ, ਪਰ ਅਧਿਆਪਕ ਵਿਦਿਆਰਥੀ ਸੜਕਾਂ ਤੇ ਹੀ ਰਹਿੰਦੇ, ਉਹਨਾਂ ਦੀ ਕਿਉਂ ਨਹੀਂ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ? ਕਿਉਂਕਿ ਸਰ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਮੁੱਦਾ ਹੀ ਨਹੀਂ ਲੱਗਦਾ ਕਿ ਇਹਨਾਂ ਦੇ ਪ੍ਰਾਈਮ ਏਜੰਡੇ ਤੇ ਇਹ ਹੈ ਹੀ ਨਹੀਂਗਾ ਕਿ ਸਾਡੇ ਪੰਜਾਬ ਦੇ ਬੱਚੇ ਆ ਉਹ ਪੜ੍ਹ ਜਾਣਗੇ, ਚੰਗੀ ਸਿੱਖਿਆ ਲੈ ਲੈਣਗੇ, ਉਹਨਾਂ ਨੂੰ ਚੰਗਾ ਰੁਜ਼ਗਾਰ ਮਿਲ ਜੂਗਾ। ਇਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਸਾਡਾ ਜਿਹੜਾ ਇਹ ਮੁੱਦਾ ਹੈਗਾ। ਅਸੀਂ ਵੀ ਇਸੇ ਕਰਕੇ ਇਸੇ ਲੜੀ ਦੇ ਵਿੱਚ ਪਹਿਲਾਂ, ਕਿਹੜੇ ਜ਼ਿਲ੍ਹੇ ਤੋਂ ਆਏ? ਮੇਰਾ ਜ਼ਿਲ੍ਹਾ ਜਿਹੜਾ ਮੁਕਤਸਰ ਆ ਤੇ ਤਹਿਸੀਲ ਮੈਨੂੰ ਗਿੱਦੜਬਾਹਾ ਪੈਂਦੀ ਆ। ਚੋਣਾਂ ਦਾ ਸਮੇਂ ਚੱਲ ਰਿਹਾ, ਜਿਹੜੇ ਤੁਹਾਡੇ ਕੋਲ ਵੋਟ ਮੰਗਣ ਲਈ ਆ ਰਹੇ ਆ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ, ਕੀ ਸਵਾਲ ਕਰਦੇ ਹੋ ਉਹਨਾਂ ਨੂੰ? ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ ਗਾ। ਮਲੋਟ ਦੇ ਵਿੱਚ ਰੁਪਿੰਦਰ ਕੌਰ ਰੂਬੀ ਜਿਹੜੇ ਕਾਂਗਰਸ ਦੇ ਉਮੀਦਵਾਰ, ਉਹਨਾਂ ਦੇ ਚੋਣ ਦਫ਼ਤਰ ਦਾ ਉਦਘਾਟਨ ਸੀਗਾ। ਉੱਥੇ ਰਾਜਾ ਵੜਿੰਗ ਜੀ ਨੇ ਪਹੁੰਚਣਾ ਸੀਗਾ, ਬਕਾਇਦਾ ਉੱਥੇ ਮੈਂ ਪਹੁੰਚਿਆ ਸੀਗਾ। ਉੱਥੇ ਹੀ ਸਵਾਲ ਕੀਤੇ ਗਏ ਸੀਗੇ ਜਿਹੜੇ ਅਸੀਂ ਅੱਜ ਕਰ ਰਹੇ ਹਾਂ ਕਿ ਸਾਡੀ ਜਿਹੜੀ ਭਰਤੀ ਹੈ ਉਹ ਪਹਿਲਾਂ ਤੁਸੀਂ ਕੱਢੀ, ਫਿਰ ਉਹਦੇ ਉੱਤੇ ਤੁਸੀਂ ਡਟ ਕੇ ਪੈਰਵਾਈ ਨਹੀਂ ਕਰ ਰਹੇ। ਸਾਡਾ ਭਵਿੱਖ ਰੋਲਣ ਲਈ ਤੁਸੀਂ ਕਿਉਂ ਤੁਲੇ ਹੋਏ ਹੋ? ਸਾਡੇ ਪਿੰਡ ਆਉਂਦੇ ਨੇ, ਅਸੀਂ ਉਹਨਾਂ ਨੂੰ ਪਿੰਡ ਵੀ ਸਵਾਲ ਕੀਤੇ ਆ। ਰਾਜਾ ਵੜਿੰਗ ਦੀ ਵਾਈਫ ਆਈ ਸੀ, ਉਹਨਾਂ ਨੂੰ ਵੀ ਸੀ ਬਕਾਇਦਾ ਇਹਨਾਂ ਦੇ ਮਸਲੇ ਨੂੰ ਲੈ ਕੇ ਸਵਾਲ ਕੀਤੇ ਸੀਗੇ। ਬਿਲਕੁਲ, ਲੱਗਦਾ ਨਹੀਂ ਕਿ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਦੋਂ ਉਮੀਦਵਾਰ ਆਉਂਦੇ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਕਿ ਗਲੀਆਂ ਨਾਲੀਆਂ ਦੇ ਵਿੱਚੋਂ ਨਿਕਲ ਕੇ ਜਿਹੜੇ ਰੋਜ਼ਗਾਰ, ਸਿੱਖਿਆ, ਸਵਾਸਥ ਦੀ ਗੱਲ ਕਰਨੀ ਚਾਹੀਦੀ ਹੈ? ਬਿਲਕੁਲ ਸਰ, ਸਵਾਲ ਕਰਨਾ ਬਣਦਾ ਹੈ। ਜਿਵੇਂ ਸਰ ਨੇ ਪਹਿਲਾਂ ਹੀ ਐਗਜ਼ਾਮਪਲ ਦਿੱਤੀ ਹੈ ਕਿ ਮਲੋਟ ਦੇ ਵਿੱਚ ਰਾਜਾ ਵੜਿੰਗ ਜੀ ਨੂੰ ਸਵਾਲ ਕੀਤਾ ਗਿਆ, ਉਸੇ ਤਰ੍ਹਾਂ ਮੈਂ ਸੁਨਾਮ ਸੰਗਰੂਰ ਜ਼ਿਲ੍ਹੇ ਤੋਂ ਆ, ਮਾਨਸਾ ਜਾ ਕੇ ਅਸੀਂ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਸਵਾਲ ਕੀਤੇ ਨੇ, ਕਾਂਗਰਸ ਦੇ ਕੈਂਡੀਡੇਟਸ ਨੂੰ ਸਵਾਲ ਕੀਤੇ ਨੇ ਕਿ ਹਾਇਰ ਐਜੂਕੇਸ਼ਨ ਦਾ ਮੁੱਦਾ ਕਿਹੜੀ ਲਿਸਟ ਤੇ ਉਹਨਾਂ ਦੀ। ਇਸ ਮੁੱਦੇ ਨੂੰ ਤਾਂ ਕੋਈ ਉਠਾਉਂਦਾ ਹੀ ਨਹੀਂ, ਕਿਉਂਕਿ ਸਰਕਾਰਾਂ ਨੂੰ ਇਹ ਲੱਗਦਾ ਵੀ ਜੇ ਇਸ ਮੁੱਦੇ ਨੂੰ ਚੋਣ ਮੈਨੀਫੈਸਟੋ ਜਾਂ ਹਾਇਰ ਲਿਸਟ ਤੇ ਰੱਖਿਆ ਜਾਊਗਾ ਤਾਂ ਬੱਚੇ ਤਾਂ ਪੜ੍ਹ ਜਾਣਗੇ, ਫਿਰ ਉਹਨਾਂ ਤੋਂ ਹੀ ਸਵਾਲ ਕਰਨਗੇ। ਮੁੱਦਾ ਤਾਂ ਇਹੀ ਹੈ ਨਾ। ਇਸੇ ਕਰਕੇ ਹਾਇਰ ਐਜੂਕੇਸ਼ਨ ਨੂੰ ਤਾਂ ਕੋਈ ਆਪਣੀ ਲਿਸਟ ਤੇ ਰੱਖਦਾ ਹੀ ਨਹੀਂ। ਇਸੇ ਲਈ ਵਿਦਿਆਰਥੀਆਂ ਤੇ ਟੀਚਰਾਂ ਦਾ ਭਵਿੱਖ ਜਿਹੜਾ ਕੀ ਸਵਾਲ ਕੀਤਾ ਆਪਣੇ ਏਰੀਏ ਦੇ ਉਮੀਦਵਾਰ ਕੋ ਜਦੋਂ ਵੋਟ ਮੰਗਣਾ? ਹਾਇਰ ਐਜੂਕੇਸ਼ਨ ਲਈ ਉਹ ਕੀ ਕਰ ਰਹੇ ਨੇ? ਤੁਸੀਂ ਇਹ ਦੇਖੋ, ਪੰਜਾਬ ਦੇ ਵਿੱਚ 93 ਤਹਿਸੀਲਾਂ ਨੇ, 113 ਹਲਕੇ ਨੇ। 113 ਹਲਕਿਆਂ ਦੇ ਵਿੱਚ ਸਿਰਫ 47 ਸਰਕਾਰੀ ਕਾਲਜ ਨੇ। ਇੰਨੇ ਘੱਟ ਕਾਲਜ ਨੇ। ਹੋਰ ਕਾਲਜ ਬਣਾਉਣ ਦੇ ਲਈ ਪਿਛਲੇ 25 ਸਾਲਾਂ ਦੇ ਵਿੱਚ ਕਿੰਨੇ ਕੁ ਜਿਹੜੇ ਆ ਉਹ ਹੋਏ ਆ। ਕਾਂਗਰਸੀ ਸਰਕਾਰ ਨੇ ਕੀ ਇਹਦੇ ਲਈ ਅਹਿਮ ਕਦਮ ਉਠਾਏ ਨੇ? ਅਕਾਲੀਆਂ ਦੀ ਸਰਕਾਰ ਆਈ ਆ, ਉਹਨਾਂ ਨੇ ਕੀ ਅਹਿਮ ਕਦਮ ਉਠਾਏ ਨੇ? ਰਿਪਲਾਈ ਮਿਲਿਆ ਉਹਨਾਂ ਕੋਲੋਂ? ਰਿਪਲਾਈ ਤਾਂ ਉਹਨਾਂ ਕੋਲ ਕੋਈ ਵੀ ਨਹੀਂ ਹੁੰਦਾ ਜੀ। ਉਹਦਾ ਟਾਲ ਮਟੋਲੀ ਕਰਦੇ ਨੇ, ਲਾਰੇ ਲੱਪੇ ਹੀ ਲਾਉਂਦੇ ਨੇ। ਹਾਂਜੀ ਕਾਲਜ ਬਣਾ ਰਹੇ ਹਾਂ ਅਸੀਂ, ਇੰਨੇ ਕਾਲਜ। ਪਿੱਛੇ ਜੇ ਇੱਕ ਕੈਪਟਨ ਸਰਕਾਰ ਨੇ ਐਲਾਨ ਵੀ ਕੀਤਾ ਸੀ ਕਿ ਅਸੀਂ ਹੋਰ ਕਾਲਜ ਆ ਜਿਹੜੇ ਖੋਲ੍ਹ ਰਹੇ ਹਾਂ, ਪਰ ਜੇ ਤੁਸੀਂ ਦੇਖੋ ਤਾਂ ਜਿਹੜੇ ਕਾਲਜ ਨੇ ਸਿਰਫ ਕਾਗਜ਼ਾਂ 'ਚ ਹੀ ਖੁੱਲ੍ਹੇ ਨੇ।
ਉਹਨਾਂ ਦੇ ਸਿਰਫ ਸਰਕਾਰੀ ਜਿਹੜੇ ਸਕੂਲ ਨੇ ਉਹਨਾਂ ਦੀਆਂ ਬਿਲਡਿੰਗਾਂ ਤੇ ਬੋਰਡ ਲਗਾਤੇ ਨੇ ਕਿ ਇਹ ਸਰਕਾਰੀ ਕਾਲਜ ਆ, ਜਦ ਕਿ ਉੱਥੇ ਬਿਲਡਿੰਗ ਕਿਤੇ ਵੀ ਨਹੀਂ ਹੈਗੀ। ਤਸਵੀਰਾਂ ਦਿਖਾ ਦੇਣਾ ਚਾਹੁੰਦਾ ਕਿ ਜਦੋਂ ਪ੍ਰੋਫੈਸਰ ਫਰੰਟ ਆਪਣੇ ਹੱਕਾਂ ਦੇ ਲਈ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚਦਾ ਹੈ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਉਹਨਾਂ ਨੂੰ ਰੋਕਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇਸ ਦੇ ਨਾਲ ਹੀ ਗੱਲਬਾਤ ਵੀ ਜਾਰੀ ਰੱਖਾਂਗੇ। ਹੋਰ ਵੀ ਜੇ ਹੁਣ ਤਾਂ ਕੋਈ ਹੱਲ ਹੋ ਨਹੀਂ ਸਕਦਾ ਕਿਉਂਕਿ ਚੋਣ ਜਾਬਤਾ ਲੱਗਿਆ ਹੋਇਆ ਹੈ। ਕੀ ਲੱਗਦਾ ਕਿ ਜੇ ਕਾਂਗਰਸ ਸਰਕਾਰ ਦੁਆਰਾ ਆ ਜਾਂਦੀ ਹੈ ਤੁਹਾਡੀ ਸੁਣਵਾਈ ਹੋਵੇਗੀ? ਸਰਕਾਰ ਜਿਹੜੀ ਮਰਜ਼ੀ ਆ ਜੇ ਜੀ, ਚੋਣ ਜਾਬਤਾ ਲੱਗਿਆ ਹੋਇਆ ਇਸੇ ਗੱਲ ਤੇ ਹੈ ਕਿ ਸਰਕਾਰ ਲੋਕ ਇਹ ਵੋਟਾਂ ਮੰਗਣ ਜਾਂਦੇ ਆ। ਲੋਕਾਂ ਨੂੰ ਸੋਚਣਾ ਚਾਹੀਦਾ 1996 ਦੀ ਭਰਤੀ ਹੋਈ ਹੋਈ ਹੈ ਸਰਕਾਰੀ ਕਾਲਜਾਂ 'ਚ। ਇਸ ਟਾਈਮ ਕਾਲਜਾਂ 'ਚ ਪ੍ਰੋਫੈਸਰ ਨਹੀਂ ਹੈਗੇ, ਸਟਾਫ ਨਹੀਂ ਹੈਗਾ। 2-3 ਸਾਲਾਂ ਨੂੰ ਕਾਲਜਾਂ ਨੇ ਬੰਦ ਹੋ ਜਾਣਾ। ਹੁਣ ਵੀ ਕਾਲਜਾਂ ਜਿਹੜੇ ਚੱਲ ਰਹੇ ਨੇ PTI ਦੇ ਅੰਡਰ ਕੋਰਸ ਚਲਾਏ ਜਾਂਦੇ ਆ। 50-50 ਹਜ਼ਾਰ ਉਹਦੀਆਂ ਫੀਸਾਂ ਨੇ। ਆਮ ਬੰਦੇ ਦੇ ਵੱਸੋਂ ਸਿੱਖਿਆ ਜਿਹੜੀ ਖੋਹੀ ਜਾ ਰਹੀ ਹੈ। ਜੇ ਸਿੱਖਿਆ ਹੋਊਗੀ ਤਾਂ ਹੀ ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਊਗਾ। ਸਾਡਾ ਮੁੱਦਾ ਹੈ ਕਿ ਜਦੋਂ ਇਹ ਲੋਕ ਵੋਟਾਂ ਮੰਗਣ ਜਾਂਦੇ ਆ ਤਾਂ ਲੋਕ ਕਹਿਣ ਕਿ ਸਾਡਾ ਸਿੱਖਿਆ ਉਹ ਹਮੇਸ਼ਾ ਗੱਲ ਇਹ ਗਲੀਆਂ ਨਾਲੀਆਂ ਤੱਕ ਹੀ ਸੀਮਿਤ ਨਾ ਰਹਿ ਜੇ ਕਿ ਸਿੱਖਿਆ ਮੰਗਣ ਉਹ ਜੇ ਸਰਕਾਰੀ ਕਾਲਜ ਹੀ ਖਤਮ ਹੋ ਗਏ ਤਾਂ ਆਮ ਬੰਦੇ ਦੇ ਹੱਥੋਂ ਤਾਂ ਸਿੱਖਿਆ ਹੀ ਖੁੱਸ ਜੂਗੀ, ਫਿਰ ਉਹ ਕੀ ਕਰ ਪਾਊਗਾ। ਇਸ ਕਰਕੇ ਸਾਡਾ ਇਹ ਉਹ ਹੈ ਵੀ ਇਹਨੂੰ ਛੇਤੀ ਤੋਂ ਛੇਤੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਹੋਰ ਕੀਤਾ ਜਾਵੇਗਾ? ਸਾਡਾ ਜ਼ੋਰ ਇਹੀ ਹੈ ਕਿ ਇਹ ਭਰਤੀ ਪ੍ਰਕਿਰਿਆ ਜਿਵੇਂ ਇਹਨਾਂ ਨੇ ਕਿਹਾ ਸੀ ਕਿ 45 ਦਿਨਾਂ 'ਚ ਪੂਰੀ ਕੀਤੀ ਜਾਊਗੀ ਤਾਂ ਇਹਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ। ਹਾਈ ਕੋਰਟ 'ਚ ਰਿਟ ਪਟੀਸ਼ਨਾਂ ਪਈਆਂ ਉਹਦਾ ਇਹ ਰਿਪਲਾਈ ਕਰਨ 'ਚ ਬਹੁਤ ਢਿੱਲ ਵਰਤ ਰਹੇ ਨੇ। ਇਹਨੂੰ ਇਹ ਰਿਪਲਾਈ ਛੇਤੀ ਫਾਈਲ ਕੀਤੇ ਜਾਣ ਤਾਂ ਕਿ ਹਾਈ ਕੋਰਟ ਆਪਣਾ ਫੈਸਲਾ ਸੁਣਾਵੇ ਤੇ ਸਾਡੀ ਜੁਆਇਨਿੰਗ ਛੇਤੀ ਹੋਵੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ 25 ਸਾਲਾਂ ਬਾਅਦ ਭਰਤੀ ਆਈ ਸਰ। ਤੁਹਾਡੇ ਵੀ ਬੱਚੇ ਪੜ੍ਹਦੇ ਹੋਣਗੇ ਜੀ, ਗੱਲ ਵੀ ਸੁਣੋ ਨਾ ਸਰ। ਤੁਸੀਂ ਦੱਸੋ ਵੀ ਅਸੀਂ ਕੋਈ ਰੋਡ ਬਲੌਕ ਕੀਤਾ ਸਰ? ਸਰ 25 ਸਾਲਾਂ ਅਸੀਂ ਕੋਈ ਰੋਡ ਬਲੌਕ ਕੀਤਾ, ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਨਾਅਰੇਬਾਜ਼ੀ ਕੀਤੀ ਸਰ? ਇਹ ਦੱਸੋ ਸਰ। ਨਹੀਂ ਸਰ, ਪ੍ਰੋਟੈਸਟ ਹੈ ਹੀ ਨਹੀਂ ਜੀ ਸਰ। ਅਸੀਂ ਗੱਲ ਕਰਨ ਆਏ ਹਾਂ, ਮਿਲਾ ਦਿਓ ਜੀ। ਅਸੀਂ ਗੱਲ ਕਰਨ ਆਏ ਹਾਂ ਜੀ ਉਹਨਾਂ ਨਾਲ ਕਿਉਂਕਿ ਸਰ 25 ਸਾਲਾਂ ਬਾਅਦ ਜੋ ਮਿਲਣਾ ਚਾਹਣਗੇ ਤੇ ਤੁਹਾਨੂੰ ਮਿਲ ਲੈਣਗੇ, ਜੇ ਨਹੀਂ ਚਾਹਣਗੇ ਫਿਰ ਅਸੀਂ ਸਰ ਜੇ ਹੁਣ ਸਾਡੀ ਗੱਲ ਹੀ ਨਹੀਂ ਸੁਣਨਗੇ ਫਿਰ ਅਸੀਂ ਇੱਕ ਦੋ ਜੇ ਤੁਹਾਨੂੰ ਲੱਗਦਾ ਵੀ ਪਰਮਿਸ਼ਨ ਚਾਹੀਦੀ ਹੈ, ਤੁਹਾਨੂੰ ਐ ਲੱਗਦਾ ਵੀ 2 ਜਣੇ 4 ਜਣੇ ਬਹਿ ਜਾਂਦੇ, ਮੈਂ 2 ਜਣੇ ਬਹਿ ਜਾਾਂਗੇ। ਸਾਡਾ ਤਾਂ ਜਿਉਣ ਮਰਨ ਦਾ ਸਵਾਲ ਹੋਇਆ ਪਿਆ ਜੀ। ਫਿਰ ਅਸੀਂ ਹੁਣ ਕਿਹਦੀ ਗੱਲ ਸੁਣੀਏ ਜੀ? ਦੇਖੋ ਧਰਨੇ ਤੇ ਪ੍ਰੋਟੈਸਟ ਸਾਰੇ ਬੰਦ ਕਰ। ਨਹੀਂ ਸਰ, ਤੁਹਾਡੀ ਗੱਲ ਜਾਇਜ਼ ਹੈ। ਸਾਡਾ ਦੇਖੋ ਨਹੀਂ ਸਰ, ਨਹੀਂ ਮੇਰੀ ਗੱਲ ਸੁਣੋ ਸਰ। ਸਾਡਾ ਉਸ ਤਰ੍ਹਾਂ ਦਾ ਕੋਈ ਪ੍ਰੋਟੈਸਟ ਨਹੀਂ। ਨਾ ਤਾਂ ਦੇਖੋ ਅਸੀਂ ਕੋਈ ਰੋਡ ਬਲੌਕ ਕੀਤੀ ਹੈ ਸਰ, ਠੀਕ ਹੈ। ਇਕੱਠੇ ਬੰਦੇ ਕਰਕੇ ਰੋਡ ਬਲੌਕ ਤਾਂ ਨਹੀਂ ਕੀਤੀ, ਅਸੀਂ ਗੱਲ ਸੁਣਵਾਉਣੀ ਹੈ ਜੀ। ਦੇਖੋ ਜੀ, ਦੇਖੋ ਇਲੈਕਸ਼ਨ ਸਾਰੇ ਕੈਂਡੀਡੇਟਾਂ ਦੀ ਬੰਦੇ ਨਹੀਂ ਹੈ, ਸਾਰੇ ਸਿਲੈਕਟਡ ਨੇ। ਮੈਂ ਖੁਦ PhD ਹਾਂ ਜੀ, ਪੰਜਾਬੀ ਦੇ PhD ਨੇ ਜੀ। ਪ੍ਰੋਫੈਸਰ ਹਾਂ ਅਸੀਂ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ। ਸਾਡੀ ਆਲਰੇਡੀ ਪੜ੍ਹਾ ਰਹੇ ਪ੍ਰੋਫੈਸਰ ਹਾਂ, ਸਾਡਾ ਕੋਈ ਮੰਗ ਨਹੀਂ ਹੈ। ਕਰ ਸਕਦੇ ਹੋ, ਬਿਲਕੁਲ ਕਰ ਸਕਦੇ ਹੋ ਜੀ, ਬਿਲਕੁਲ ਕਰ ਸਕਦੇ ਹੋ ਜੀ। AG ਆਫਿਸ ਦੇ ਵਿੱਚ ਫੋਨ ਕਰ ਸਕਦੇ ਆ, DPA ਆਫਿਸ ਦੇ ਵਿੱਚ ਫੋਨ ਕਰ ਸਕਦੇ ਆ, ਜਿਨ੍ਹਾਂ ਨੇ ਤਰੀਕ ਲੈ ਕੇ ਦੇਣੀ ਹੈ। ਸਾਡੀ ਮੰਗ ਕੀ ਆ? ਅਸੀਂ ਰਿਪਲਾਈ ਫਾਈਲ ਅਸੀਂ ਇਹਨਾਂ ਦਾ ਕੁਝ ਹੋਰ ਨਹੀਂ ਕਰ ਰਹੇ। ਇਹਨਾਂ ਨੂੰ ਇਲੈਕਸ਼ਨ ਦੀ ਹੋਈ ਹੈ ਜੀ, ਸਾਡੇ ਜਿਉਣ ਮਰਨ ਦਾ ਸਵਾਲ ਆ। ਸਾਡੀ ਸਰ ਮੀਟਿੰਗ ਕਰਵਾ ਦਿਓ, ਅਸੀਂ ਸ਼ਾਂਤ ਹੋ ਕੇ ਚੱਲ ਜਾਣਾ। ਅਸੀਂ ਹੋਰ ਵੀ ਕੀ ਕਰਨਾ ਹੈ ਸਰ? ਅਸੀਂ ਬਹੁਤ ਵਾਰ ਮੰਗ ਪੱਤਰ ਦਿੱਤੇ ਸਰ। ਮੇਰੀ ਗੱਲ ਕੋਈ ਬਠਿੰਡੇ ਤੋਂ ਨਹੀਂ ਜੀ, ਕੋਈ ਸਾਰੇ ਅੱਡ-ਅੱਡ ਬੰਦੇ ਨੇ ਜੀ। ਚੰਡੀਗੜ੍ਹ ਤੋਂ ਆਏ ਜੀ, ਸਾਰੇ ਅੱਡ-ਅੱਡ ਥਾਵਾਂ ਤੋਂ। ਅਸੀਂ ਜੀ ਸਾਡਾ ਕੋਈ ਸ਼ੌਂਕ ਥੋੜੀ ਹੈ ਵੀ ਅਸੀਂ ਇੰਨਾ ਖਰਚਾ ਕਰਕੇ ਇੱਥੇ ਕਿਉਂ ਸੁਣੇ ਜਾਵਾਂਗੇ ਸਰ? ਸਾਨੂੰ ਕੀ ਪਤਾ ਜੀ ਹੁਣ ਆਪਦੇ ਹਲਕੇ 'ਚ ਹੀ ਹੋਣਗੇ ਜੀ। ਹਲਕੇ ਜਾ ਕੇ ਫਿਰ ਅਸੀਂ ਹਲਕੇ ਚਲੇ ਜਾਂਦੇ ਆ ਜੀ, ਫਿਰ ਉੱਥੇ ਜਾਵੜੇ ਨੇ। ਤੁਸੀਂ ਇਹ ਕਹਿੰਦੇ ਪਰ ਇੱਥੇ ਹੁਣ ਜੋ ਹੈਗਾ ਹੀ ਕੋਈ ਨਹੀਂ, ਤੇ ਮੀਟਿੰਗ ਕਿੰਨਾ ਕਰੋਗੇ ਸਰ? ਇਹਨਾਂ ਅਸੀਂ ਤਾਂ ਘਰ ਹੀ ਆਵਾਂਗੇ ਨਾ ਜਦੋਂ ਸਾਡੇ ਫੋਨ ਨਹੀਂ ਚੱਕੇ ਜਾ ਰਹੇ। ਤੁਹਾਡਾ ਕੀ ਨਾਮ ਹੈ? ਬਲਵਿੰਦਰ ਸਿੰਘ, ਸਨ ਆਫ ਸੁਖਦੇਵ ਸਿੰਘ। ਤੁਸੀਂ ਕਿੱਥੋਂ ਦੇ? ਚੰਡੀਗੜ੍ਹ ਤੋਂ ਆਏ। ਚੰਡੀਗੜ੍ਹ ਕਿਹੜੀ ਜਗ੍ਹਾ ਤੋਂ? ਮੈਂ 38 ਸੈਕਟਰ ਤੋਂ ਆਇਆ। 30 ਸੈਕਟਰ ਤੋਂ। ਹਾਂਜੀ ਠੀਕ ਹੈ। ਦੇਖੋ ਜੀ, ਗੱਲ ਅਸੀਂ ਤਾਂ ਇਹ ਹੈ ਵੀ ਅਸੀਂ ਉਹਨਾਂ ਨੂੰ ਗੱਲ ਦੀ ਸੁਣਵਾਈ ਕਰਨ ਆਏ ਆ। ਸਾਡੀ ਗੱਲ ਸੁਣ ਲੈਣ, ਅਸੀਂ ਤਾਂ ਕਹਿ ਨਹੀਂ ਇਹ ਆਏ ਆ। ਹੁਣ ਜੇ ਇੱਥੇ ਕੋਈ ਨਹੀਂ ਹੈਗਾ ਤਾਂ ਸਰ ਤੁਸੀਂ ਦੱਸੋ ਨਾ ਸਾਨੂੰ ਦੱਸੋ ਜੀ। ਕਿਸੇ ਘਰਾਂ ਦੇ ਬਾਹਰ ਥੋੜਾ ਇਕੱਠੇ ਹੋ ਕੇ ਸਰ ਘਰ ਕੋਈ ਆਮ ਬੰਦੇ ਦਾ ਘਰ ਨਹੀਂ, ਐਜੂਕੇਸ਼ਨ ਮਿਨਿਸਟਰ ਦਾ ਘਰ ਹੈ ਜੀ। ਹੁਣ ਤੇ ਇਸ ਟਾਈਮ ਕੋਡ ਆਫ ਕੰਡਕਟ ਲੱਗਾ ਹੋਇਆ ਸਰ ਕੋਡ ਆਫ ਕੰਡਕਟ ਜੇ ਲੱਗਿਆ ਨਾ, ਕੋਡ ਆਫ ਕੰਡਕਟ ਵਿੱਚ ਇਹ ਝੂਠ ਬੋਲ ਰਿਹਾ ਕਿ 45 ਦਿਨਾਂ 'ਚ ਭਰਤੀ ਕਰਤੀ ਆ। ਉਹਦੇ ਖਿਲਾਫ ਤੁਸੀਂ ਐਕਸ਼ਨ ਲਓ। ਭਰਤੀ ਤਾਂ ਹੋਈ ਨਹੀਂ ਹੈਗੀ, 113 ਦਿਨ ਹੋ ਗਏ, ਰਿਪਲਾਈ ਨਹੀਂ ਫਾਈਲ ਕੀਤੇ ਗਏ। ਕੋਡ ਆਫ ਕੰਡਕਟ ਦੇ ਵਿੱਚ ਝੂਠੇ ਬਿਆਨ ਦਿੱਤੇ ਜਾ ਰਹੇ। ਕੀ ਕਹਿਣਾ ਪ੍ਰਸ਼ਾਸਨ ਦਾ? ਕੀ ਗੱਲਬਾਤ ਹੋਈ ਤੁਹਾਡੀ? ਦੇਖੋ ਜੀ, ਫਿਲਹਾਲ ਤਾਂ ਸਾਨੂੰ ਇਹ ਕਿਹਾ ਜਾ ਰਿਹਾ ਵੀ ਇੱਥੇ ਜੋ ਐਜੂਕੇਸ਼ਨ ਮਿਨਿਸਟਰ ਨੇ ਉਹ ਹੈਗੇ ਨਹੀਂ ਤੇ ਤੁਸੀਂ ਇਸ ਤਰ੍ਹਾਂ ਦੀ ਗੈਦਰਿੰਗ ਕਰ ਨਹੀਂ ਸਕਦੇ। ਪਰ ਅਸੀਂ ਮੀਡੀਆ ਰਾਹੀਂ ਵੀ ਮੈਂ ਇੱਕ ਸਵਾਲ ਹੋਰ ਤੋਂ ਪਹਿਲਾਂ ਕਰਨਾ ਚਾਹੁੰਦਾ ਵੀ ਚੋਣ ਦਾ ਪ੍ਰਚਾਰ ਕਰਨ ਲਈ ਗੈਦਰਿੰਗ ਹੋ ਸਕਦੀ ਹੈ, ਆਪਣੇ ਹੱਕਾਂ ਦੇ ਗੱਲ ਰੱਖਣ ਦੀ ਗੈਦਰਿੰਗ? ਬਿਲਕੁਲ ਸਰ। ਚੋਣ ਪ੍ਰਚਾਰ ਕਰਨ ਦੇ ਲਈ ਮਤਲਬ 200 400 ਦੀਆਂ ਗੈਦਰਿੰਗਾਂ ਹੋ ਰਹੀਆਂ। ਇਲੈਕਸ਼ਨ ਕਮਿਸ਼ਨ ਇਨਡੋਰ
ਮਤਲਬ 500 ਦੀ ਆਊਟਡੋਰ 1000 ਦੀ ਗੈਦਰਿੰਗ ਅਲਾਉ ਕਰਦਾ। ਅਸੀਂ ਸਿਰਫ 50-60 ਕੈਂਡੀਡੇਟ ਆ, ਅਲੱਗ-ਅਲੱਗ ਹਲਕਿਆਂ ਤੋਂ ਆਏ ਹੋਏ ਕੈਂਡੀਡੇਟ ਆ ਸਾਰੇ। ਐਮਫਿਲ ਪੀਐਚਡੀ ਯੂਜੀਸੀ ਨੈਟ ਕੁਆਲੀਫਾਈਡ ਕੈਂਡੀਡੇਟ ਨੇ, ਕਾਲਜਸ ਦੇ ਵਿੱਚ ਪੜ੍ਹਾ ਰਹੇ ਅਸਿਸਟੈਂਟ ਪ੍ਰੋਫੈਸਰ ਨੇ। ਅਸੀਂ ਬਹੁਤ ਸਲੀਕੇ ਨਾਲ ਆਪਦੀ ਗੱਲ ਕਹਿਣਾ ਚਾਹੁੰਦੇ ਆ, ਸਾਡੀ ਸਲੀਕੇ ਨਾਲ ਵੀ ਗੱਲ ਨਹੀਂ ਸੁਣੀ ਜਾ ਰਹੀ। ਜਿਹੜਾ ਉਹਨਾਂ ਦਾ ਪ੍ਰਸ਼ਾਸਨ ਦਾ ਰਵੱਈਆ ਉਹ ਕਿਵੇਂ ਦਾ ਸੀ? ਦੇਖੋ ਪ੍ਰੋਫੈਸਰਾਂ ਦਾ ਰਵੱਈਆ, ਪ੍ਰਸ਼ਾਸਨ ਦਾ ਰਵੱਈਆ ਫਿਲਹਾਲ ਸਾਨੂੰ ਟਾਲਣ ਦਾ, ਸਾਨੂੰ ਇੱਥੋਂ ਖਦੇੜਨ ਦਾ ਰਵੱਈਆ, ਅਸੀਂ ਇਸ ਰਵੱਈਏ ਦੀ ਵੀ ਨਿੰਦਿਆ ਕਰਦੇ ਆ। ਸਾਡੀ ਸਿਰਫ ਇੰਨੀ ਡਿਮਾਂਡ ਆ ਵੀ ਸਰ ਪ੍ਰਗਟ ਸਿੰਘ ਜੀ ਸਾਡੀ ਗੱਲ ਧਿਆਨ ਨਾਲ ਸੁਣਨ, ਸਾਨੂੰ ਕੋਈ ਭਰੋਸਾ ਦੇਣ ਤਾਂ ਕਿ ਸਾਡੇ ਮਨਾਂ 'ਚ ਸ਼ਾਂਤੀ ਸੱਤਾ ਆਵੇ। ਦੇ ਵਿੱਚ ਸੀ ਉਦੋਂ ਤਾਂ ਮਿਲੇ ਨਹੀਂ, ਕੀ ਲੱਗਦਾ ਹੁਣ ਮਿਲਣਗੇ ਤੁਹਾਨੂੰ? ਨਹੀਂ ਸਰ, ਅਸੀਂ ਤਾਂ ਉਹਨਾਂ ਨੂੰ ਮਿਲਣ ਦੇ ਲਈ ਹੀ ਆਏ ਆ, ਅੱਗੇ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਮਿਲਣਾ ਚਾਹੁੰਦੇ ਨੇ ਜਾਂ ਨਹੀਂ ਮਿਲਣਾ ਚਾਹੁੰਦੇ। ਬਿਲਕੁਲ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਕਰਨ ਇਹ ਜਿਹੜੇ ਲੋਕ ਆਪਣੇ ਹੱਕਾਂ ਦੇ ਲਈ ਇੱਥੇ ਗੱਲ ਰੱਖਣ ਲਈ ਆਏ, ਕਿਉਂ ਜਿਹੜਾ ਰੋਕਿਆ ਜਾ ਰਿਹਾ? ਸਰ ਇੰਸਪੈਕਟਰ ਸਾਹਿਬ, ਸਰ ਇੰਸਪੈਕਟਰ ਸਾਹਿਬ, ਸਰ ਇੰਸਪੈਕਟਰ ਸਾਹਿਬ, ਸਰ ਸਰ ਬਾਈਟ ਤਾਂ ਦੇ ਦਿਓ ਸਰ ਕਿਉਂ ਸੁਣ ਲੈਣ ਦਿਓ ਉਧਰ। ਕਿਉਂ ਰੋਕਿਆ ਜਾ ਰਿਹਾ ਸੀ? ਡਿਪਟੀ ਸਾਹਿਬ ਆਏ ਆ ਨਾ, ਸਰ ਕਿਉਂ ਰੋਕਿਆ ਜਾ ਰਿਹਾ ਸੀ? ਤੁਸੀਂ ਰੋਕ ਰਹੇ ਸੀ ਨਾ ਵੀ ਚੋਣ ਪ੍ਰਚਾਰ ਲਈ ਪਰਮਿਸ਼ਨ ਮਿਲ ਸਕਦੀ ਆਪਣੇ ਹੱਕਾਂ ਦੇ ਲਈ। ਤੁਹਾਨੂੰ ਬਾਅਦ ਚ ਗੱਲ ਕਰਦੇ ਆ, ਪਹਿਲਾਂ ਸੈਂਟਰ ਗੱਲ ਸੁਣ ਲੈਣ ਦਿਓ। ਸੀਨੀਅਰ ਸੁਣ ਤਾਂ ਲਈ ਹੈ ਮੈਨੂੰ, ਤੁਹਾਨੂੰ ਬਾਅਦ ਚ ਗੱਲ ਕਰਦੇ ਆ। ਕਰ ਦਈਏ ਮੇਰਾ ਸਰ ਅਸੀਂ 1158 ਹੈ ਨਹੀਂ ਸਰ ਅਸੀਂ ਪ੍ਰਗਟ ਸਿੰਘ ਜੀ ਦੇ ਆਫਿਸ ਵਾਰ-ਵਾਰ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੀ ਗੱਲ ਸੁਣੀ ਜਾਵੇ। ਪੀਏ ਨੂੰ ਵਾਰ-ਵਾਰ ਕਿਹਾ ਜਾ ਰਿਹਾ, ਸਾਡੀ ਸਿਰਫ ਗੱਲ ਵੀ ਨਹੀਂ ਸੁਣੀ ਜਾ ਰਹੀ। ਮੇਰਾ ਨਹੀਂ ਹੈ ਕੰਸਰਨ, ਹੁਣ ਕੋਡ ਲੱਗਿਆ, ਤੁਸੀਂ ਨਹੀਂ ਕਰ ਸਕਦੇ। ਨਹੀਂ ਸਰ ਅਸੀਂ ਸਿਰਫ ਨਹੀਂ ਸਰ ਇੱਕ ਮਿੰਟ, ਅਸੀਂ ਪ੍ਰੋਟੈਸਟ ਨਹੀਂ ਕਰ ਰਹੇ, ਅਸੀਂ ਮਿਲਣਾ ਵੀ ਸਾਨੂੰ ਮੀਟਿੰਗ ਕਰਵਾ ਦਿਓ। ਤੁਸੀਂ ਟਾਈ ਅਪ ਕੀਤਾ? ਅਸੀਂ ਸਰ ਬਾਰ-ਬਾਰ ਕੀਤਾ ਜੀ, ਇਹਨਾਂ ਦੇ ਆਫਿਸ ਫੋਨ ਕੀਤੇ ਨੇ ਜੀ, ਹੋਰ ਕੀਤੇ, ਉਹ ਕਰਦੇ ਨਹੀਂ ਜੀ। ਸਰ ਅਸੀਂ ਇਹਨਾਂ ਦੇ ਪੀਏ ਨੂੰ ਫੋਨ ਕੀਤਾ, ਬ੍ਰਦਰ ਇਹ ਨਹੀਂ ਹੈਗਾ। ਨਹੀਂ ਸਰ ਤੁਸੀਂ ਸਰ ਸਾਨੂੰ ਮਤਲਬ ਸਾਨੂੰ ਇਹ ਦੱਸ ਦਿਓ ਵੀ ਅਸੀਂ ਇਹਦਾ ਕੀ ਹੱਲ ਕਰੀਏ ਵੀ ਸਾਨੂੰ। ਫਿਰ ਸਰ ਹੁਣ ਅਸੀਂ ਫਿਰ ਸਰ ਤੁਸੀਂ ਪ੍ਰਸ਼ਾਸਨ ਨੂੰ ਤੁਸੀਂ ਸਰ ਮੌਕੇ ਦਾ ਪ੍ਰਸ਼ਾਸਨ ਹੋ, ਮਿਲਣ ਆਏ ਆ ਜੀ, ਅਸੀਂ ਮਿਲਣ ਆਏ ਇਹਨਾਂ ਨੂੰ, ਸਾਨੂੰ ਮਿਲਵਾ ਦਿਓ। ਅਸੀਂ ਕੋਈ ਇਹਨਾਂ ਦਾ ਨੁਮਾਇੰਦਾ ਹੋਊਗਾ, ਅਸੀਂ ਕੋਈ ਹਾਂਜੀ ਘਰੇ ਹੈ ਕੋਈ ਨੁਮਾਇੰਦਾ ਹੋਊਗਾ ਜੀ ਇਹਨਾਂ ਦਾ, ਘਰ ਕੋਈ ਤਾਂ ਹੋਊਗਾ ਨਾ ਜੀ। ਪਹਿਲਾਂ ਤਾਂ ਉਧਰ ਚਲੋ ਯਾਰ, ਚਲੋ ਆਓ ਸਾਈਡ ਤੇ, ਸਾਈਡ ਤੇ ਆ ਜਾਓ, ਸਾਈਡ ਤੇ ਉੱਥੇ ਗੱਲ ਕਰੋ, ਉੱਥੇ ਗੱਲ ਆਈ। ਨਹੀਂ ਇੱਕ ਮਿੰਟ ਗੱਲ ਸੁਣ ਲਓ ਜੀ ਸਰ ਸਾਡੀ ਇੱਥੇ ਹੀ, ਮਤਲਬ ਤੁਸੀਂ ਜੋ ਵੀ, ਅਸੀਂ ਇਹ ਨਹੀਂ ਹੈਗੇ, ਅਸੀਂ ਤੁਹਾਡੇ ਨਾਲ ਕੋਆਪਰੇਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਅਸੀਂ ਸਿਰਫ ਇੱਕ ਮੀਟਿੰਗ ਦੇ ਲਈ ਆਏ ਵੀ ਸਾਡੀ ਸੁਣਵਾਈ ਕਰ ਜਾਵੇ। ਅਸੀਂ ਸਾਰੇ ਮਤਲਬ 25 ਸਾਲਾਂ ਤੋਂ ਭਰਤੀ ਹੋਈ, ਅਸੀਂ ਓਹੋ ਤੁਸੀਂ ਮੇਰੇ ਕੋਲ ਪਹਿਲਾਂ ਆਏ ਹੋ, ਆਪਾਂ ਪਹਿਲਾਂ ਮਿਲੇ ਨਹੀਂ ਸਰ, ਤੇ ਫਿਰ ਹੁਣ ਤਾਂ ਕੋਡ ਲੱਗਿਆ ਨਹੀਂ ਨਹੀਂ ਸਰ ਅਸੀਂ ਪ੍ਰਗਟ ਸਿੰਘ ਜੀ ਨੂੰ ਪਹਿਲਾਂ ਮਿਲੇ ਹਾਂ ਜੀ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਪ੍ਰਗਟ ਸਿੰਘ ਜੀ ਨਾਲ ਮਿਲਣਾ ਚਾਹੀਦਾ। ਨਹੀਂ ਹੱਲ ਕੀ ਕੰਮ ਸਾਡਾ ਕੋਰਟ ਦੇ ਵਿੱਚ ਮਾਮਲਾ ਅਟਕਿਆ ਹੋਇਆ ਜੀ। ਇਹਨਾਂ ਦੇ ਅੰਡਰ ਡਿਪਾਰਟਮੈਂਟ ਆ, ਏਜੀ ਆ ਜਿਹੜੇ ਤੇ ਹਾਇਰ ਐਜੂਕੇਸ਼ਨ ਦਾ ਕੋਡ ਲੱਗਿਆ। ਨਹੀਂ ਸਰ, ਗੱਲ ਫਿਰ ਕੋਡ ਦੇ ਵਿੱਚ ਕੰਮ ਤਾਂ ਹੋ ਰਿਹਾ ਨਾ। ਨਹੀਂ ਸਰ, ਮੇਰੀ ਗੱਲ ਸੁਣੋ ਸਰ, ਤਨਖਾਹ ਮਿਲ ਰਹੀ ਆ ਯਾਰ, ਸਾਨੂੰ ਤਨਖਾਹ ਮਿਲ ਰਹੀ ਆ, ਉਹ ਕੰਮ ਤਾਂ ਕਰ ਰਹੇ ਆ ਨਾ। ਉਹ ਪ੍ਰੈਰੋਗੇਟਿਵ ਉਹ ਸਾਡੇ ਨਹੀਂ ਸਰ ਦੇਖੋ ਜਿਹੜੀਆਂ ਹੁਣ ਅਸੀਂ ਯਾਰ ਕੋਡ ਲੱਗਿਆ, ਸਰ ਜੇ ਕੋਡ ਲੱਗਿਆ ਨਾ, ਉਹ ਬੰਦੇ ਜਿਹੜੇ ਲਾਅ ਆਫੀਸਰ ਆ, ਐਡੀਸ਼ਨਲ ਡੀਪੀਆਈ ਆ, ਡੀਪੀਆਈ ਆ, ਰਿਪਲਾਈ ਨਹੀਂ ਫਾਈਲ ਕੀਤੇ ਜਾ ਰਹੇ ਜੀ ਪਿਛਲੇ, ਉਹ ਤਨਖਾਹ ਲੈ ਰਹੇ ਆ ਕੋਡ ਆਫ ਕੰਡਕਟ ਦੇ ਵਿੱਚ ਕੰਮ ਕਰਨ ਦੀ। ਤੁਸੀਂ ਕਾਈਂਡਲੀ ਇੱਧਰ ਆ ਜਾਓ ਮੇਰਾ ਵੀਰ, ਉੱਥੇ ਆ ਕੇ ਗੱਲ ਕਰਦੇ ਹਾਂ। ਆਓ ਸਾਈਡ ਤੇ, ਜਿੰਨਾ ਗੱਲ ਸਾਈਡ ਤੇ। ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਜਦੋਂ ਆਪਣੇ ਹੱਕਾਂ ਦੀ ਗੱਲ ਕਰਨ ਦੇ ਲਈ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਪਹੁੰਚੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਰੋਕਣ ਦੀ ਕੋਸ਼ਿਸ਼ ਪ੍ਰਸ਼ਾਸਨ ਕਰਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਵੀ ਨਾਲ ਦੀ ਨਾਲ ਦਿਖਾ ਰਹੇ ਹਾਂ ਤੁਹਾਨੂੰ, ਇਸ ਦੇ ਨਾਲ ਗੱਲਬਾਤ ਵੀ ਕਰਾਂਗੇ। ਇਸ ਟਾਈਮ ਤਾਂ ਸਾਨੂੰ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਥੋੜਾ ਰੁੱਖਾ ਹੀ ਲੱਗ ਰਿਹਾ ਸਾਡੇ ਪ੍ਰਤੀ। ਅਸੀਂ ਆਪਣੀ ਗੱਲ ਰੱਖਣ ਇੱਥੇ ਸਿੱਖਿਆ ਮੰਤਰੀ ਜੀ ਕੋਲ ਆਏ ਆ, ਕਿਉਂਕਿ ਜਿਹੜਾ ਸਾਡਾ ਮਸਲਾ ਹੈ ਉਹ ਸਿੱਖਿਆ ਦੇ ਨਾਲ ਰਿਲੇਟਡ ਆ, ਤਾਂ ਅਸੀਂ ਪ੍ਰਗਟ ਸਿੰਘ ਜੀ ਕੋਲ ਸਿਰਫ ਆਪਣੀ ਗੱਲ ਰੱਖਣ ਆਏ ਆ ਤੇ ਸਾਨੂੰ ਵਿਸ਼ਵਾਸ ਆ ਕਿ ਸਾਡੀ ਮੀਟਿੰਗ ਆ ਜਿਹੜੀ ਉਹਨਾਂ ਨਾਲ ਕਰਵਾਈ ਜਾਊਗੀ। ਪਰ ਇਸ ਟਾਈਮ ਮੀਟਿੰਗ ਦਾ ਹੱਲ ਕੀ ਨਿਕਲੇਗਾ? ਸਵਾਲ ਤਾਂ ਇਹੋ ਹੀ ਹੈ ਨਾ। ਸਾਡਾ ਹੱਲ ਆ ਜੀ ਜਿਹੜਾ ਉਹ ਸਿੱਖਿਆ ਮੰਤਰੀ ਹੀ ਕਰ ਸਕਦੇ ਨੇ, ਕਿਉਂਕਿ ਜਿਹੜੀ ਸਾਡੀ ਭਰਤੀ ਉਹ ਇਸ ਕਰਕੇ ਰੁਕੀ ਹੋਈ ਆ ਕਿਉਂਕਿ ਹਾਈ ਕੋਰਟ ਦੇ ਵਿੱਚ ਏਜੀ ਆਫਿਸ ਆ ਜਿਹੜਾ ਉਹ ਜਵਾਬ ਆ ਜਿਹੜੇ ਉਹ ਦਾਇਰ ਨਹੀਂ ਕਰ ਰਿਹਾ ਕੁਝ ਕੁ ਰਿਟ ਪਟੀਸ਼ਨਾਂ ਦੇ, ਤਾਂ ਸਾਡਾ ਹੱਲ ਆ ਜਿਹੜਾ ਉਹ ਸਿੱਖਿਆ ਮੰਤਰੀ ਹੀ ਕਰ ਸਕਦੇ ਆ। ਸੋ ਇਸ ਲਈ ਸਾਨੂੰ ਇਹ ਆ ਕਿ ਇੱਕ ਪੀਸਫੁਲ ਮੀਟਿੰਗ ਉਹਨਾਂ ਨਾਲ ਕਰਵਾਈ ਜਾਵੇ। ਨਾ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰ ਹੋਰ ਭੰਡੀ ਪ੍ਰਚਾਰ ਹੋਰ ਕੀਤਾ ਜਾਵੇ। ਸੰਘਰਸ਼ ਅਸੀਂ ਪਹਿਲਾਂ ਤੋਂ ਹੀ ਕਰ ਰਹੇ ਹਾਂ ਤਾਂ ਕਿ ਇਹ ਭਰਤੀ ਆ ਜਿਹੜੀ ਪੂਰ ਚੜੇ ਸਾਡੀ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਸਰਕਾਰਾਂ ਨੂੰ ਹਰੇਕ ਫਰੰਟ ਤੋਂ ਘੇਰਾਂਗੇ ਤੇ ਇਸ ਸੰਘਰਸ਼ ਨੂੰ ਤੇਜ਼ ਕਰਾਂਗੇ। ਬਿਲਕੁਲ ਤਸਵੀਰਾਂ ਤੁਸੀਂ ਦੇਖਿਆ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਪਹੁੰਚੇ ਤਾਂ ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਹੁਣ ਦੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਜਿਹੜੀ ਹੈ ਮੀਟਿੰਗ ਪ੍ਰਗਟ ਸਿੰਘ ਦੇ ਨਾਲ ਕਰਵਾਉਂਦੇ ਹੈ ਜਾਂ ਨਹੀਂ। ਜੇ ਨਹੀਂ ਕਰਵਾਈ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪੰਡੀ ਪ੍ਰਚਾਰ ਹੈ ਉਹ ਹੋਰ ਤੇਜ਼ ਕੀਤਾ ਜਾਵੇਗਾ। ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਮਨਵੀਰ ਸੱਭਰਵਾਲ, ਲਿਵਿੰਗ ਇੰਡੀਆ ਨਿਊਜ਼, ਜਲੰਧਰ।